नमस्कार, सत श्री अकाल। ਤੁਹਾਡਾ ਸਾਰਿਆਂ ਦਾ स्वागत है पंजाब 24 न्यूज़। अनिल जोशी ने भाजपा में मंत्री के रूप में लंबे कार्यकाल के बाद किसानों के पक्ष में आवाज उठाई थी, जिसके बाद अनिल जोशी को भाजपा ने पार्टी से निष्कासित कर दिया था। सचखंड श्री दरबार साहिब और दुर्गियाना मंदिर में सबसे पहले मत्था टेका और गुरुवार का आशीर्वाद प्राप्त करें। अनिल जोशी से बात करते हैं। उन्होंने उच्च पदों पर काम किया था और आज भी वे गुरुवार साहिब के चरणों में प्रार्थना करने के लिए आए हैं कि उन्हें भविष्य में काम करने में कोई कठिनाई न हो। दूसरी ओर उन्होंने कहा कि आम आदमी पार्टी उन्होंने कहा कि वे जल्द ही एक प्रेस कॉन्फ्रेंस करेंगे, लेकिन आम आदमी पार्टी दिल्ली से दूर चल रही थी और पंजाब में उसकी कोई उपस्थिति नहीं थी। आदमी पार्टी दिल्ली में बैठती है और पंजाब जाती है। वहां अनिल जोशी ने कहा कि कुछ ही देर में कई वरिष्ठ नेता अकाली दल में शामिल होंगे और भगवंत मान के बारे में बोलते हुए कहा कि भगवंत मान भी इस पार्टी में रहकर काफी प्रताड़ित महसूस कर रहे हैं। प्रत्येक निर्वाचन क्षेत्र में सीमित के रूप में और 6 उम्मीदवारों को मैदान में उतारना। अमृतसर से रिपोर्टर विशाल शर्मा रिपोर्टिंग। सीधा देखियो जोशी साहब, सीधा देखियो सीधा देखियो सीधा। यार गाना चाहिए तेरा भाजी एक स्टेप थोड़ा नाल चलना सर। आशीर्वाद लैन आया। ਤੁਹਾਨੂੰ ਪਤਾ ਵਾ ਕਿ ਜਦੋਂ ਮੈਨੂੰ ਪਾਰਟੀ ਚੋਂ ਕੱਢਿਆ ਗਿਆ ਸੀ ਤਾਂ ਮੈਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆਇਆ ਸੀ ਕਿ ਮੈਨੂੰ ਅਗਲੀ ਸੇਧ ਦਿਓ, ਕਿਉਂਕਿ ਮੈਂ ਸਮਾਜ ਦਾ ਕੰਮ ਕਰਨ ਵਾਲਾ ਬੰਦਾ। ਰਾਜਨੀਤੀ ਵਿੱਚ ਕੰਮ ਕਰਦਿਆਂ ਹੋਇਆ ਮੈਂ ਹਮੇਸ਼ਾ ਹੀ ਇਮਾਨਦਾਰੀ ਸੱਚਾਈ ਦੇ ਨਾਲ ਪੰਜਾਬ ਦੇ ਮੁੱਦਿਆਂ ਦੇ ਉੱਤੇ, ਪੰਜਾਬ ਦੇ ਲੋਕਾਂ ਦੇ ਜਿੱਥੋਂ ਮੈਂ ਨੁਮਾਇੰਦਗੀ ਕਰਦਾ ਸ਼ਹਿਰਾਂ ਦੀ, ਉਹਨਾਂ ਦੇ ਮੁੱਦਿਆਂ ਦੇ ਉੱਤੇ ਮੈਂ ਪਹਿਰਾ ਦਿੱਤਾ। ਤੇ ਮੈਂ ਗੁਰੂ ਸਾਹਿਬ ਦੇ ਅੱਗੇ ਇਹ ਚਰਨਾਂ 'ਚ ਅਰਦਾਸ ਕੀਤੀ ਸੀ ਕਿ ਗੁਰੂ ਸਾਹਿਬ ਮੈਨੂੰ ਅਗਲੀ ਸੇਧ ਦਿਓ ਕਿ ਮੈਨੂੰ ਕੀ ਕਰਨਾ ਚਾਹੀਦਾ। ਤੇ ਕਰਦਿਆਂ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਵਾ ਉਹ ਮੈਂ ਜੁਆਇਨ ਕੀਤੀ ਪਾਰਟੀ। ਜੋ ਮੈਂ ਆਪਣੇ ਸਾਥੀਆਂ ਦੇ ਉੱਤੇ ਗੱਲ ਸੁੱਟੀ ਸੀ, ਜੋ ਸ਼ਹਿਰ ਦੇ ਵਿੱਚੋਂ, ਜੋ ਮੈਂ ਆਪਣੇ ਵਰਕਰਾਂ ਕੋਲੋਂ, ਪੂਰੇ ਪੰਜਾਬ ਦੇ ਵਿੱਚ ਆਪਣੇ ਸਾਥੀਆਂ ਕੋਲੋਂ, ਕਮਲ ਚੇਟਲੀ ਜੀ ਮੇਰੇ ਨਾਲ ਖੜੇ ਆ, ਇਹ ਵੀ ਇਲੈਕਸ਼ਨ ਲੜੇ ਆ ਬੀਜੇਪੀ ਦੀ ਲੁਧਿਆਣੇ ਤੋਂ। ਸਾਰਿਆਂ ਦੇ ਨਾਲ ਸਲਾਹ ਕਰਨ ਤੋਂ ਬਾਅਦ ਆਪਣੀ ਪੂਰੀ ਪੰਜਾਬ ਦੀ ਜਿਹੜੀ ਟੀਮ ਹੈ, ਜਿਹੜੀ ਲਾਈਕ ਮਾਈਂਡਡ, ਜਿਹੜੇ ਕਿਸਾਨਾਂ ਦੇ ਮੁੱਦੇ ਦੇ ਉੱਤੇ, ਪੰਜਾਬ ਦੇ ਮੁੱਦਿਆਂ ਦੇ ਉੱਤੇ ਮੇਰੇ ਵਾਂਗੂ ਹੀ ਚਿੰਤਤ ਸੀ ਤੇ ਓਪਨ ਉਹਨਾਂ ਨੇ ਵੀ ਸਟੈਂਡ ਲਿਆ ਪਾਰਟੀ ਦੇ ਵਿੱਚ ਕਿ ਕਿਸਾਨਾਂ ਦੇ ਨਾਲ, ਪੰਜਾਬ ਦੇ ਮੁੱਦਿਆਂ ਦੇ ਉੱਤੇ, ਪੰਜਾਬ ਦੇ ਵਪਾਰੀਆਂ ਨਾਲ ਜਿਨ੍ਹਾਂ ਨੂੰ ਵਿਚੋਲੀਏ ਕਿਹਾ ਗਿਆ, ਉਹਨਾਂ ਦੇ ਨਾਲ ਸਾਨੂੰ ਖਲੋਣਾ ਚਾਹੀਦਾ। ਪਰ ਪਾਰਟੀ ਨਹੀਂ ਸਟੈਂਡ ਲੈ ਪਾਈ, ਸਾਨੂੰ ਕੱਢਤਾ ਕਿਸੇ ਨੇ। ਫਿਰ ਪਾਰਟੀ ਜਿਹੜੀ ਆ ਇਹਨਾਂ ਡਿਫਰੈਂਸਿਸ ਕਰਕੇ ਛੱਡਤੀ ਤੇ ਅਸੀਂ ਜੁਆਇਨ ਕੀਤਾ 20 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਅਸ਼ੀਰਵਾਦ ਦੇ ਨਾਲ, ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਅਗਵਾਈ ਦੇ ਵਿੱਚ ਮਜੀਠੀਆ ਸਾਹਿਬ ਤੇ ਬਾਕੀ ਸਾਰਿਆਂ ਦੇ ਨਾਲ ਸਾਥੀ ਸਾਰੇ ਇਕੱਠੇ ਸੀ, ਜਿਹੜੇ ਪੁਰਾਣੇ, ਜਿਨ੍ਹਾਂ ਨਾਲ 10 ਸਾਲ ਮੈਂ ਕੰਮ ਕੀਤਾ, MLA ਹੁੰਦਿਆਂ ਵੀ, ਮੰਤਰੀ ਹੁੰਦਿਆਂ ਵੀ। ਉਸੇ ਟੀਮ ਦੇ ਵਿੱਚ ਅੱਜ ਡਾਕਟਰ ਸਾਹਿਬ ਵੀ ਮੇਰੇ ਨਾਲ ਹੈ, ਅਸੀਂ ਇਕੱਠੇ MLA ਰਹੇ ਹਾਂ। ਤੇ ਖੁਸ਼ੀ ਹੋਈ ਕਿ ਉਸ ਪਰਿਵਾਰ ਦੇ ਵਿੱਚ ਮੈਂ ਫੇਰ ਗਿਆ ਜਿੱਥੇ ਅਸੀਂ ਰਲ ਕੇ ਪੰਜਾਬ ਦੀ ਬਿਹਤਰੀ ਵਾਸਤੇ ਬਹੁਤ ਸਾਰੇ ਪ੍ਰੋਗਰਾਮ ਬਣਾਏ ਸੀ, ਬਹੁਤ ਸਾਰਾ ਕੰਮ ਕੀਤਾ। ਤੇ ਉਸ ਪਰਿਵਾਰ 'ਚ ਮੈਨੂੰ ਕੋਈ ਉਪਰਾਪਨ ਨਹੀਂ ਲੱਗਾ ਤੇ ਨਾਲ ਹੀ ਮੈਨੂੰ ਇਹ ਵੀ ਜਿਹੜਾ ਸਾਰਾ ਚਾਨਣ ਸੀ ਕਿ ਬਾਦਲ ਸਾਹਿਬ ਕਿਸ ਤਰ੍ਹਾਂ ਪੰਜਾਬ ਦੇ ਸੁਹਾਰਦ, ਪੰਜਾਬ ਦੀ ਸ਼ਾਂਤੀ, ਪੰਜਾਬ ਦੇ ਭਾਈਚਾਰੇ ਵਾਸਤੇ ਸਭ ਤੋਂ ਪਹਿਲੀ ਹਮੇਸ਼ਾ ਹੀ ਉਹਨਾਂ ਦੀ ਗੱਲ ਇਹੀ ਰਹਿੰਦੀ ਸੀ ਕਿ ਇਹਦੇ ਉੱਤੇ ਕੋਈ ਕੰਪਰੋਮਾਈਜ਼ ਨਹੀਂ। ਇਸੇ ਕਰਕੇ ਹੀ ਸਾਰਿਆਂ ਨੇ ਇਹ ਸੋਚ ਬਣਾਈ ਕਿ ਸਾਨੂੰ ਅਕਾਲੀ ਦਲ ਜਾਣਾ ਚਾਹੀਦਾ ਤੇ ਅਸੀਂ ਗਏ। ਉਸ ਤੋਂ ਬਾਅਦ ਅੱਜ ਫੇਰ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਸੀਂ ਆਏ ਹਾਂ, ਸਾਰੇ ਹੀ ਜਿੰਨੇ ਵੀ ਜੁਆਇਨ ਕੀਤੇ ਸੀ ਉੱਧਰ ਪੰਜਾਬ ਦੇ ਲੀਡਰ। ਤੇ ਫੇਰ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਇਹੀ ਕਰਨੀ ਹੈ ਕਿ ਸਾਨੂੰ ਸ਼ਕਤੀ ਦਿਓ। ਜੋ ਰਸਤਾ ਤੁਸੀਂ ਸਾਨੂੰ ਵਿਖਾਇਆ, ਕਿਉਂਕਿ ਕਰਨ ਵਾਲਾ ਉਹ ਆ, ਰਸਤੇ ਪਰਮਾਤਮਾ ਆਪ ਬਣਾਉਂਦਾ। ਉਸ ਤੋਂ ਬਾਅਦ ਜਿਹੜਾ ਕਰਮ ਹੈ ਉਹ ਸਾਡਾ ਹੁੰਦਾ ਵੀ ਅਸੀਂ ਕਰਮ ਕਰਨਾ। ਰਸਤੇ ਵੀ ਉਹ ਬਣਾਉਂਦਾ ਤੇ ਰਿਜ਼ਲਟ ਵੀ ਉਹਦੇ ਹੱਥ ਆ। ਕਰਮ ਸਾਡੇ ਹੱਥ ਆ ਤੇ ਇਹੀ ਸ਼ਕਤੀ ਲੈਣਾ ਹੈ ਵੀ ਸਾਡੇ ਕਰਮ 'ਚ ਕੋਈ ਕੁਤਾਹੀ ਨਾ ਹੋਵੇ
ਸਾਡੇ ਕਰਮ ਦੇ ਵਿੱਚ ਸਚਾਈ ਹੋਵੇ, ਇਮਾਨਦਾਰੀ ਹੋਵੇ ਤੇ ਸਾਨੂੰ ਇਹੀ ਗੁਰੂ ਮਹਾਰਾਜ ਆਸ਼ੀਰਵਾਦ ਦਿਓ। ਜਿਸ ਤਰ੍ਹਾਂ ਪਹਿਲਾਂ ਇੰਨਾ 35 ਸਾਲ ਮੈਂ ਸਮਾਜਿਕ ਜੀਵਨ ਦੇ ਵਿੱਚ MLA ਮੰਤਰੀ ਰਹਿੰਦੇ ਹੋਇਆਂ ਵੀ, ਏਡੇ ਵੱਡੇ ਡਿਪਾਰਟਮੈਂਟਾਂ 'ਚ ਰਹਿੰਦੇ ਹੋਇਆਂ ਵੀ ਉਹਨੇ ਮੈਨੂੰ ਤਿਲਕਣ ਨਹੀਂ ਦਿੱਤਾ, ਕਿਤੇ ਮੈਨੂੰ ਕਿਸੇ ਚੱਕਰ ਦੇ ਵਿੱਚ ਫਸਣ ਨਹੀਂ ਦਿੱਤਾ। ਉਸੇ ਤਰ੍ਹਾਂ ਹੀ ਫਿਰ ਅੱਗੇ ਵੀ ਉਸੇ ਤਰ੍ਹਾਂ ਦੀ ਤਾਕਤ ਗੁਰੂ ਮਹਾਰਾਜ ਹਮੇਸ਼ਾ ਅੰਗ ਸੰਗ ਰਹਿ ਕੇ ਉਹ ਤਾਕਤ ਦੇਣ, ਉਹ ਆਸ਼ੀਰਵਾਦ ਦੇਣ। ਇਹੀ ਅਰਦਾਸ ਕਰਨ ਆਏ ਆ ਕਿ ਅੱਗੇ ਅਸੀਂ ਸਮਾਜ ਦੀ, ਦੇਸ਼ ਦੀ, ਆਪਣੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਪਹਿਰਾ ਦੇ ਪਾਈਏ, ਉਹ ਤਾਕਤ ਲੈਣ। ਉਹਨਾਂ ਸਾਰਿਆਂ ਦਾ ਮੈਂ ਪ੍ਰੈਸ ਕਾਨਫਰੰਸ ਕਰਕੇ ਜਵਾਬ ਦਊਂ। ਮੈਨੂੰ ਵੇਖ ਲੈਂਦੇ ਹੋ ਕੀ ਸਵਾਲ ਆ, ਜਿਨ੍ਹਾਂ ਦਾ ਆਧਾਰ ਹੀ ਕੋਈ ਨਹੀਂ, ਆਈਡੀਓਲੋਜੀ ਨਹੀਂ, ਜਿਹਦਾ ਕੋਈ ਸਿਸਟਮ ਨਹੀਂ ਸੰਗਠਨ ਦਾ, ਸਿੰਗਲ ਮੈਨ ਹੈਂਡਲ ਕਰ ਰਿਹਾ ਉਹਨੂੰ ਰਿਮੋਟ ਦੇ ਨਾਲ। ਇਹ ਤੇ ਵਿਚਾਰੇ ਜਿੰਨੇ ਵੀ MLA ਇਹਨਾਂ ਦੇ, ਇਹ ਤੇ ਰਿਮੋਟ ਨਾਲ ਜਸਰ ਕਰਨ ਵਾਲੇ ਮੁਲਾਜ਼ਮ ਆ, ਇਹ MLA ਨਹੀਂਗੇ। ਇਹਨਾਂ ਦੇ ਜਿੰਨਾ ਕੁ ਇਹਨਾਂ ਦੇ ਉੱਤੇ ਵਿਚਾਰਿਆਂ ਤੇ ਪ੍ਰੈਸ਼ਰ ਰਹਿੰਦਾ, ਤੇ ਜੇ ਕੋਈ ਇੰਪੋਰਟੈਂਟ ਗੱਲ ਕਰਨੀ ਹੁੰਦੀ ਹੈ ਤੇ ਇਹਨਾਂ ਤੇ ਕੋਈ ਵਿਸ਼ਵਾਸ ਨਹੀਂ ਕਰਦਾ। ਉਹ ਦਿੱਲੀੋਂ ਬੰਦਾ ਆਉਂਦਾ, ਉਹ ਹੁੰਦਾ MLA ਹੀ ਆ, ਪਰ ਦਿੱਲੀੋਂ ਆ ਕੇ ਉਹ ਪ੍ਰੈਸ ਕਾਨਫਰੰਸ ਕਰਦਾ, ਉਹ ਪੰਜਾਬ ਦੇ ਮੁੱਦਿਆਂ ਨੂੰ ਐਡਰੈਸ ਕਰਦਾ। ਇਹਨਾਂ ਵਿਚਾਰਿਆਂ ਦੇ ਪੱਲੇ ਹੱਥ ਕੁਛ ਨਹੀਂ। ਬਹੁਤ ਸਾਰੇ ਲੋਕਾਂ ਵੱਲੋਂ ਭਗਵੰਤ ਮਾਨ ਨੂੰ ਕਿਹਾ ਜਾ ਰਿਹਾ ਕਿ ਇਹ ਰਾਜਧਾਨੀ ਦੇ ਹੱਕ, ਉਹ ਆਪ ਆਪਣੇ ਆਪ ਨੂੰ ਘੁੱਟਣ ਦੇ ਵਿੱਚ ਮਹਿਸੂਸ ਕਰ ਰਿਹਾ। ਆਉਣ ਵਾਲੇ ਦਿਨਾਂ 'ਚ ਪਟਾਕੇ ਪੈਂਦੇ ਤੁਸੀਂ ਵੇਖੋਗੇ ਵੀ ਆਮ ਪਾਰਟੀ ਦਾ ਜਿਹੜਾ ਥੋੜਾ ਬਹੁਤਾ ਹਿਸਾਬ ਕਿਤਾਬ ਰਹਿ ਗਿਆ, ਉਹ ਪਟਾਕੇ ਆਉਣ ਵਾਲੇ ਥੋੜੇ ਦਿਨਾਂ 'ਚ ਹੀ ਪੈਣੇ ਆ, ਕਿਉਂਕਿ ਇੱਕ ਹਲਕੇ 'ਚ ਇਹਨਾਂ ਨੇ 5 7 ਕੈਂਡੀਡੇਟਾਂ ਨੂੰ ਇਸ਼ਤਿਹਾਰ ਲਾਉਣ ਤੇ ਖਰਚਾ ਕਰਾਉਣ ਤੇ ਲਾਤਾ। ਉਹ ਇਹਨਾਂ ਦੀਆਂ ਸਾਮੀਆਂ ਇਹਨਾਂ ਦਾ ਪ੍ਰਚਾਰ ਕਰਨ ਵਾਸਤੇ। ਪਰ ਜਦੋਂ ਇਹਨਾਂ ਨੇ ਟਿਕਟਾਂ ਦੇਣੀਆਂ, ਉਹ ਫਿਰ ਜਿਹੜੇ ਤਰੀਕੇ ਨਾਲ ਦੇਣੀਆਂ, ਜਦੋਂ ਪਿਛਲੇ ਲੋਕਾਂ ਨੇ ਜੋ ਦੱਸਿਆ, ਜੋ ਇਤਿਹਾਸ ਇਹਨਾਂ ਦਾ ਪਿਛਲੀਆਂ ਟਿਕਟਾਂ ਦਾ ਰਿਹਾ, ਉਹ ਸਾਰਾ ਕੁਝ ਜਿਹੜਾ ਵਾ ਉਹ ਤੁਹਾਡੇ ਸਾਹਮਣੇ ਆ ਜਾਣਾ ਵੀ ਕਿਸ ਤਰ੍ਹਾਂ ਇਹਨਾਂ ਦੇ ਬੰਬ ਫੁੱਟਦੇ ਆਪਾਂ।